ਸ਼ੁਰੂ ਤੋਂ ਆਸਾਨ ਭਾਸ਼ਾ ਦੇ ਵਿੱਚ ਦੱਸੋ ਕਿ ਇਹ ਕਹਾਣੀ ਕੀ ਸੀਗੀ ਅਸਤੀਫੇ ਦੀ ਤੇ ਮਨਜ਼ੂਰ ਕਿੱਦਾਂ ਹੋਇਆ? 19 ਜਨਵਰੀ 10 ਨੂੰ ਅਸੀਂ ਇੱਕ ਪਟੀਸ਼ਨ ਪਾਈ ਸੀ ਸਪੀਕਰ ਵਿਧਾਨ ਸਭਾ ਨੂੰ ਕਿ ਇਹਨਾਂ ਨੂੰ ਡਿਸਕੁਆਲੀਫਾਈ ਕਰਨਾ ਚਾਹੀਦਾ ਕਿਉਂਕਿ ਇਹਨਾਂ ਤੇ ਦਲ ਬਦਲੂ ਜਿਹੜਾ ਕਾਨੂੰਨ ਲਾਗੂ ਹੁੰਦਾ। ਜਾਣ ਬੁੱਝ ਕੇ ਕੀ ਗੱਲ ਕਿ ਇੰਨੇ ਪੜ੍ਹੇ ਲਿਖੇ ਜਾਂ ਇੰਨੀ ਸਮਝ ਇਹ ਨਹੀਂ ਰੱਖਦੇ ਕਿ ਅਸਤੀਫਾ ਇੱਕ ਲੈਟਰ ਲਿਖਣਾ ਨਹੀਂ ਆਉਂਦਾ ਇਹਨਾਂ ਨੂੰ, ਕਿ ਜਾਣ ਬੁੱਝ ਕੇ ਲੈਟਰ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਉਣ ਲਈ ਜਿਹੜਾ ਰੈਜ਼ਿਗਨੇਸ਼ਨ ਦਿੱਤਾ ਜਾਂਦਾ, ਜਿਹੜੇ ਭੱਤੇ ਲਏ ਆ, ਜਿਹੜੇ ਪੈਸੇ ਲਏ ਆ, ਆਪਣੇ ਮੋਬਾਈਲ ਖਰਚੇ, ਤੇਲ ਖਰਚੇ, ਜਿਹੜੇ ਗਨਮੈਨ ਇੰਨੇ ਲੈ ਕੇ ਘੁੰਮੇ ਆ, ਬਠਿੰਡੇ ਜਿਹੜਾ ਇੰਨਾ ਅਮਲਾ ਸਮਲਾ ਲੈ ਕੇ ਗਏ, ਤੇ ਭੁਲੱਥ ਦਾ ਗਿਫਟ ਸੀਗਾ ਇਹਨਾਂ ਨੂੰ। ਭੁਲੱਥ 4.5 ਸਾਲੇ ਵੜੇ ਨਹੀਂ। ਇਸ ਵਾਰ ਤੁਹਾਡੇ ਫਾਦਰ ਹੋਣਾ ਦੀ ਜਗ੍ਹਾ ਤੇ ਉਹ ਇਲੈਕਸ਼ਨ ਲੜੇ ਨੇ। 2017 'ਚ ਤੁਹਾਡੇ ਫਾਦਰ ਇਲੈਕਸ਼ਨ ਲੜੇ ਸੀਗੇ ਕਾਂਗਰਸ ਦੇ ਵੱਲੋਂ, ਇਸ ਵਾਰ ਆਮ ਆਦਮੀ ਪਾਰਟੀ 'ਚ ਆ ਗਏ ਨੇ। ਉਹ ਇਹ ਵੀ ਕਹਿਣਗੇ ਕਿ ਇਹ ਸਿਆਸੀ ਬਦਲਾਖੋਰੀ ਹੈ, ਇਸ ਕਰਕੇ ਮੇਰੇ ਤੇ ਇਸ ਤਰੀਕੇ ਦੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਜਾ ਰਹੀ ਹੈ। 2012 ਦੇ ਵਿੱਚ ਇਹਨਾਂ ਨੇ ਇਹ ਮੈਂਸ਼ਨ ਕੀਤਾ ਕਿ ਇਹ ਗ੍ਰੈਜੂਏਟ ਨੇ। ਆ ਪ੍ਰੋਪਰ ਉਹਦਾ ਪ੍ਰੂਫ ਆ। ਤੁਸੀਂ ਇਹ ਕਹਿ ਸਕਦੇ ਆ ਕਿ 5 ਸਾਲ ਸੀਗੇ, ਮੇਬੀ 5 ਸਾਲਾਂ 'ਚ ਪਾਸ ਕਰ ਗਏ ਹੁਣ, ਪਰ 2017 ਦੇ ਵਿੱਚ ਫਿਰ ਫੇਲ ਹੋ ਗਏ, ਫਿਰ ਪਿੱਛੇ ਚੱਲ ਗਏ। ਦੋ ਚੀਜ਼ਾਂ ਨੇ, ਇੱਕ ਤਾਂ ਤੁਹਾਡਾ ਦਲ ਬਦਲੂ ਨੂੰ ਲੈ ਕੇ ਜਿਹੜਾ ਡਿਸਕੁਆਲੀਫਾਈ ਹੋ ਸਕਦੇ ਨੇ, ਤਾਂ ਦੂਜਾ ਐਫੀਡੇਵਿਟ ਗਲਤ ਦਿੱਤਾ ਤਾਂ 2022 ਦੇ ਵਿੱਚ ਇਲੈਕਸ਼ਨ ਲੜ ਸਕਦੇ ਨੇ ਸੌਖੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ, ਕਿ ਜਾਂ ਉਹਦੇ 'ਚ ਵੀ ਅੜਿੱਕਾ ਖੜਾ ਹੋ ਸਕਦਾ। 2022 ਦੀਆਂ ਚੋਣਾਂ ਜਿਵੇਂ ਨਜ਼ਦੀਕ ਆ ਰਹੀਆਂ ਨੇ, ਪੰਜਾਬ ਦੀ ਸਿਆਸਤ ਦੇ ਵਿੱਚ ਕਈ ਤਰੀਕੇ ਦੀਆਂ ਡਿਵੈਲਪਮੈਂਟਸ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ। ਪਿਛਲੇ ਦਿਨੀ ਸੁਖਪਾਲ ਸਿੰਘ ਖਹਿਰਾ ਹੋਣਾ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਵੱਲੋਂ ਅਸਤੀਫਾ ਮਨਜ਼ੂਰ ਕਰ ਲਿਆ ਗਿਆ, ਪਰ ਉਸ ਅਸਤੀਫੇ ਮਨਜ਼ੂਰੀ ਤੇ ਵੀ ਕਈ ਤਰੀਕੇ ਦੇ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਨੇ, ਕਿਉਂਕਿ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਪਹਿਲੀ ਵਾਰੀ ਅਸਤੀਫਾ ਨਹੀਂ ਦਿੱਤਾ ਗਿਆ ਜੋ ਪਹਿਲੀ ਵਾਰ ਦੇ ਵਿੱਚ ਹੀ ਮਨਜ਼ੂਰ ਹੋ ਗਿਆ। ਕਈ ਵਾਰ ਸੁਖਪਾਲ ਸਿੰਘ ਖਹਿਰਾ ਹੋਣਾ ਨੇ ਅਸਤੀਫਾ ਦਿੱਤਾ ਤੇ ਫਾਈਨਲੀ ਹੁਣ ਜਿਹੜਾ ਅਸਤੀਫਾ ਉਹਨਾਂ ਦਾ ਸਪੀਕਰ ਦੇ ਵੱਲੋਂ ਮਨਜ਼ੂਰ ਕਰ ਲਿਆ ਗਿਆ। ਹੁਣ ਸਵਾਲ ਇਹ ਹੈ ਕਿ ਕੀ ਅਸਤੀਫਾ ਮਨਜ਼ੂਰ ਕਰਵਾਇਆ ਗਿਆ ਕਿ ਜਾਂ ਸਪੀਕਰ ਦੇ ਵੱਲੋਂ ਜਿਹੜਾ ਅਸਤੀਫਾ ਮਨਜ਼ੂਰ ਕੀਤਾ ਗਿਆ ਰੂਲ ਦੇ ਮੁਤਾਬਕ। ਇਸ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਹਰਸਿਮਰਨ ਸਿੰਘ ਘੁੰਮਣ ਮੌਜੂਦ ਹੈਗੇ ਨੇ, ਐਡਵੋਕੇਟ ਨੇ। ਇਹਨਾਂ ਦੇ ਵੱਲੋਂ ਇੱਕ ਪਟੀਸ਼ਨ ਵੀ ਦਾਇਰ ਕੀਤੀ ਗਈ ਸੀਗੀ। ਗੱਲਬਾਤ ਕਰਦੇ ਹਾਂ, ਪੂਰੀ ਜਾਣਕਾਰੀ ਇਹਨਾਂ ਤੋਂ ਲੈਂਦੇ ਹਾਂ ਕਿ ਕਹਾਣੀ ਕੀ ਹੈ। ਬਾਈ ਜੀ, ਪਹਿਲਾਂ ਤਾਂ ਸਵਾਗਤ ਟੀਵੀ ਪੰਜਾਬ ਤੇ। ਥੈਂਕ ਯੂ ਸੋ ਮਚ ਕਾਲੂ ਸਾਹਿਬ, ਥੈਂਕ ਯੂ। ਖਹਿਰਾ ਹੋਣਾ ਦਾ ਅਸਤੀਫਾ ਮਨਜ਼ੂਰ ਕਰ ਲਿਆ ਸਪੀਕਰ ਹੋਣਾ ਨੇ। ਸ਼ੁਰੂ ਤੋਂ ਆਸਾਨ ਭਾਸ਼ਾ ਦੇ ਵਿੱਚ ਦੱਸੋ ਕਿ ਇਹ ਕਹਾਣੀ ਕੀ ਸੀਗੀ ਅਸਤੀਫੇ ਦੀ ਤੇ ਮਨਜ਼ੂਰ ਕਿੱਦਾਂ ਹੋਇਆ ਹੁਣ? ਦੇਖੋ ਜੀ, ਜਿੱਦਾਂ ਇਹਨੂੰ ਪੋਰਟਰੇ ਕੀਤਾ ਜਾ ਰਿਹਾ ਕਿ ਅਸਤੀਫਾ ਦਿੱਤਾ ਮਨਜ਼ੂਰ ਹੋ ਗਿਆ, ਕੋਈ ਗੱਲ ਹੀ ਨਹੀਂ, ਪਰ ਇਹੋ ਜੀ ਗੱਲ ਨਹੀਂ। ਗੱਲ ਇੱਦਾਂ ਹੈ ਕਿ ਅਸੀਂ 2019 ਜਨਵਰੀ 10 ਨੂੰ ਅਸੀਂ ਇੱਕ ਪਟੀਸ਼ਨ ਪਾਈ ਸੀ ਸਪੀਕਰ ਵਿਧਾਨ ਸਭਾ ਨੂੰ ਕਿ ਇਹਨਾਂ ਨੂੰ ਡਿਸਕੁਆਲੀਫਾਈ ਕਰਨਾ ਚਾਹੀਦਾ ਕਿਉਂਕਿ ਇਹਨਾਂ ਤੇ ਦਲ ਬਦਲੂ ਜਿਹੜਾ ਕਾਨੂੰਨ ਲਾਗੂ ਹੁੰਦਾ ਹੈ। ਇਹਨਾਂ ਨੇ ਪਾਰਟੀ ਲੜੇ ਇਲੈਕਸ਼ਨ ਆਮ ਆਦਮੀ ਪਾਰਟੀ ਤੋਂ, ਉਸ ਤੋਂ ਬਾਅਦ ਇੱਕ ਨਵੀਂ ਪਾਰਟੀ ਬਣਾ ਕੇ ਪੰਜਾਬ ਏਕਤਾ ਪਾਰਟੀ, ਉੱਤੋਂ ਇਹਨਾਂ ਨੇ ਬਠਿੰਡੇ ਇਲੈਕਸ਼ਨ ਲੜੇ, ਸੋ ਇਹਨਾਂ ਨੂੰ ਡਿਸਕੁਆਲੀਫਾਈ ਬਣਦਾ ਹੈ। 1 ਸਾਲ ਵੇਟ ਕਰਨ ਤੋਂ ਬਾਅਦ ਕਿ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਤੇ, ਅਸੀਂ ਹਾਈ ਕੋਰਟ ਮੂਵ ਕੀਤੇ ਤੇ ਉਹਦੇ ਤੇ ਹਾਈ ਕੋਰਟ ਨੇ ਐਕਸ਼ਨ ਲੈਂਦਿਆਂ ਪਹਿਲੀ ਵਾਰੀ ਪੰਜਾਬ ਦੀ ਹਿਸਟਰੀ ਦੇ ਵਿੱਚ ਸਪੀਕਰ ਵਿਧਾਨ ਸਭਾ ਪੰਜਾਬ ਨੂੰ ਨੋਟਿਸ ਕੀਤਾ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਆਰਡਰ ਇਸ਼ੂ ਕੀਤਾ ਇਸ ਚੀਜ਼ ਦਾ ਕਿ ਸੋ ਉਹਨਾਂ ਨੂੰ 3 ਮਹੀਨੇ ਦਾ ਐਫੀਡੇਵਿਟ ਦੇ ਉੱਤੇ ਜਿਹੜਾ ਸਪੀਕਰ ਵਿਧਾਨ ਸਭਾ ਤੋਂ ਲਿਆ ਗਿਆ ਹਾਈ ਕੋਰਟ ਦੇ ਵਿੱਚ ਕਿ ਉਹ 3 ਮਹੀਨੇ ਦੇ ਅੰਦਰ ਡਿਸੀਜਨ ਦੇਣਗੇ। ਤਾਂ ਉਸ ਚੀਜ਼ ਦੇ ਡਰ ਤੋਂ, ਕਿਉਂਕਿ ਉਹ ਜਿਹੜਾ 3 ਮਹੀਨੇ ਦਾ ਸਮਾਂ ਜਿਹੜਾ ਨਵੰਬਰ 4 ਦੇ ਵਿੱਚ ਪੂਰਾ ਹੋਣਾ ਸੀਗਾ ਇਹ ਵਾਲੀ 2021 ਦੇ, ਤੇ ਉਸ ਚੀਜ਼ ਤੋਂ ਡਰਦੇ ਇਹਨਾਂ ਨੇ ਆਪਣਾ ਜਿਹੜਾ ਅਸਤੀਫਾ ਆ ਉਹਨਾਂ ਨੂੰ ਮੇਬੀ ਆਈ ਡੋਂਟ ਨੋ ਕਿ ਉਹਨਾਂ ਦੇ ਮਨ 'ਚ ਆਇਆ ਹੋਊਗਾ ਜਾਂ ਸਮਝਾਇਆ ਹੈ ਕਿ ਬੜੀ ਵੱਡੀ ਇੱਕ ਬੇਇੱਜ਼ਤੀ ਹੋਊਗੀ ਜੇ ਤੁਸੀਂ ਪੰਜਾਬ ਦੇ ਪਹਿਲੇ ਐਮਐਲਏ ਹੋਗੇ ਜਿਹੜੇ ਡਿਸਕੁਆਲੀਫਾਈ ਹੋਵੋਗੇ, ਤਾਂ ਉਸ ਡਰ ਤੋਂ ਇਹ ਜਿਹੜਾ ਆਪਣਾ ਅਸਤੀਫਾ ਮਨਜ਼ੂਰ ਕਰ ਆ ਗਏ। ਕਿਉਂਕਿ ਇਹਨਾਂ ਅਸਤੀਫਾ ਪਹਿਲਾਂ ਵੀ ਦਿੱਤਾ, ਪਹਿਲਾਂ ਇੱਕ 25 ਅਪ੍ਰੈਲ 2019 ਨੂੰ ਦਿੱਤਾ, ਫਿਰ 23 ਅਕਤੂਬਰ 2019 ਨੂੰ ਵਾਪਸ ਲੈ ਲਿਆ, ਫਿਰ 3 ਜੂਨ ਨੂੰ ਦੇ ਲਿਆ, ਇੱਕ ਆ ਹੋਣ ਵਾਲਾ ਰੀਸੈਂਟ। ਸੋ ਇਹਨਾਂ ਨੇ ਅਸਤੀਫਿਆਂ ਨੂੰ ਵੀ ਮਜ਼ਾਕ ਬਣਾ ਕੇ ਰੱਖਿਆ ਹੈ। ਕਹਿਣ ਤੋਂ ਭਾਵ ਹੈ ਕਿ ਕੋਰਟ ਦੀ ਦਖਲਅੰਦਾਜ਼ੀ ਤੋਂ ਬਾਅਦ ਸਪੀਕਰ ਨੂੰ ਜਿਹੜਾ ਉਹ ਮਨਜ਼ੂਰ ਕਰਨਾ ਪਿਆ। ਬਿਲਕੁਲ ਜੀ, ਇਹ ਪਹਿਲੀ ਵਾਰੀ ਇੱਦਾਂ ਹੋਇਆ ਆ। ਨਾਰਮਲੀ ਇੱਕ ਜਿਹੜੀ ਬ੍ਰਾਂਚ ਹੈ, ਜਿਹੜੀ ਜੁਡੀਸ਼ੀਅਲ ਬ੍ਰਾਂਚ ਹੈ, ਉਹ ਕਦੀ ਲੈਜਿਸਲੇਟਿਵ ਬ੍ਰਾਂਚ ਦੇ ਵਿੱਚ ਉਹਨਾਂ ਦੀ ਵਰਕਿੰਗ ਦੇ ਵਿੱਚ ਇੰਟਰਫੇਰੈਂਸ ਨਹੀਂ ਕਰਦੀ, ਪਰ ਜਦੋਂ ਇੱਕ ਗ੍ਰੋਸ ਵਾਇਲੇਸ਼ਨ ਹੁੰਦੀ ਹੈ ਲਾਅ ਦੀ ਤਾਂ ਉੱਥੇ ਜਿਹੜਾ ਆ ਹਾਈ ਕੋਰਟ ਸਟੈਪ ਇਨ ਕਰਦਾ ਆ। ਇੱਥੇ ਸੀਗੀ ਗ੍ਰੋਸ ਵਾਇਲੇਸ਼ਨ, ਇੱਕ ਲੂਪ ਹੋਲ ਸੀਗਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਰੂਲਸ ਨਹੀਂ ਸੀਗੇ ਡਿਸਕੁਆਲੀਫਿਕੇਸ਼ਨ ਦੇ। ਇਹ ਰੂਲਸ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ 1985 ਦੇ ਇੰਟਰੋਡਿਊਸ ਹੋਏ ਆ ਇੰਡੀਆ ਦੇ ਵਿੱਚ, ਸਾਰੀਆਂ ਵਿਧਾਨ ਸਭਾ ਦੇ ਵਿੱਚ ਲਾਗੂ ਹੁੰਦੇ, ਸਿਰਫ ਪੰਜਾਬ ਵਿਧਾਨ ਸਭਾ 'ਚ ਲਾਗੂ ਨਹੀਂ ਸੀ। ਇਸ ਗੱਲ ਦਾ ਇਹਨਾਂ ਨੂੰ ਇਲਮ ਸੀ, ਇਸ ਚੀਜ਼ ਦਾ ਨਜਾਇਜ਼ ਫਾਇਦਾ ਲੈਂਦੇ ਹੋਏ ਇਹਨਾਂ ਨੇ ਰੱਜ ਕੇ ਉਹਦਾ ਜਿਹੜਾ ਮਿਸਯੂਜ਼ ਕੀਤਾ। ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਰੂਲ ਨਹੀਂ ਹੈਗੇ ਤਾਂ ਹਾਈ ਕੋਰਟ ਫਿਰ ਵੀ ਦਖਲਅੰਦਾਜ਼ੀ ਕਰ ਸਕਦੀ ਹੈ ਇਹਦੇ 'ਚ? ਜੀ ਬਿਲਕੁਲ, ਸੁਪਰੀਮ ਕੋਰਟ ਦੀ ਜਜਮੈਂਟ ਹੈ ਇਸ ਚੀਜ਼ ਤੇ। ਅਸੀਂ ਸਪੀਕਰ ਸਾਹਿਬ ਨੂੰ ਬਕਾਇਦਾ ਉਹਦੀ ਜਜਮੈਂਟ ਦੀ ਕਾਪੀ ਸਪਲਾਈ ਕੀਤੀ, ਜਿਹਦੇ 'ਚ ਇਹ ਲਿਖਿਆ ਆ ਕਿ ਇਨ ਦੀ ਐਬਸੈਂਸ ਆਫ ਰੂਲ ਸਪੀਕਰ ਕੈਨ ਡਿਸਾਈਡ। ਜੇ ਉਹ ਨਹੀਂ ਡਿਸਾਈਡ ਕਰਦੇ ਦੈਨ ਕੋਰਟ ਵਿਲ ਡਿਸਾਈਡ ਔਨ ਡਿਸਕੁਆਲੀਫਿਕੇਸ਼ਨ।
ਕਿਉਂਕਿ ਇੱਕ ਪਟੀਸ਼ਨ ਜਿਹੜੀ ਸਪੀਕਰ ਸਾਹਿਬ ਕੋ ਪਈ ਹੈ ਉਹਦਾ ਮਤਲਬ ਇਹ ਨਹੀਂ ਕਿ ਉਸ ਪਟੀਸ਼ਨ ਲੈ ਕੇ ਰੱਖ ਲੈਣ ਤੇ ਸਾਰੀ ਟਰਮ ਲੰਘਾ ਦੇਣ, ਨਹੀਂ। ਉਹਦੇ ਤੇ ਵੀ ਇੱਕ ਅਲੱਗ ਤੋਂ ਜਜਮੈਂਟ ਹੈ ਜਿਹਦੇ ਵਿੱਚ ਕਲੀਅਰ ਕੀਤਾ ਗਿਆ ਕਿ 3 ਮਹੀਨੇ ਇਨਫ ਟਾਈਮ ਹੈ ਕਿਸੇ ਪਟੀਸ਼ਨ ਨੂੰ ਡਿਸਾਈਡ ਕਰਨ ਲਈ। 3 ਮਹੀਨਿਆਂ 'ਚ ਡਿਸਾਈਡ ਕਰਨਾ ਚਾਹੀਦਾ ਸੀਗਾ, ਸੋ ਉਹਨਾਂ ਨੇ 3 ਮਹੀਨੇ ਦਾ ਟਾਈਮ ਦਿੱਤਾ। ਇਹਨਾਂ ਨੂੰ ਇਹ ਪਤਾ ਸੀਗਾ ਕਿ ਇਹਨਾਂ ਡਿਸਕੁਆਲੀਫਾਈ ਹੋ ਜਾਣਾ ਆ, ਇਸੇ ਚੀਜ਼ ਦੇ ਡਰ ਤੋਂ ਇਹਨਾਂ ਨੇ ਅਸਤੀਫਾ ਆਪਣਾ ਜਿਹੜਾ ਮਨਜ਼ੂਰ ਕਰਵਾਇਆ। ਤਾਂ ਇਹਦਾ ਮਤਲਬ ਕਿ ਹੁਣ ਡਿਸਕੁਆਲੀਫਾਈ ਨਹੀਂ ਹੋਣਗੇ ਸੁਖਪਾਲ ਸਿੰਘ ਖਹਿਰਾ ਜੇ ਅਸਤੀਫਾ ਮਨਜ਼ੂਰੀ ਹੋ ਗਿਆ ਹੁਣ? ਦੇਖੋ ਜੀ, ਅਸੀਂ ਇਸ ਚੀਜ਼ ਦੇ ਖਿਲਾਫ ਅੱਗੇ ਕੋਰਟ ਜਾਵਾਂਗੇ, ਪਰ ਅਸੀਂ ਵੇਟ ਕਰ ਰਹੇ ਹਾਂ ਸਪੀਕਰ ਸਾਹਿਬ ਦੇ ਫਾਈਨਲ ਡਿਸੀਜਨ ਦਾ, ਕਿਉਂਕਿ ਪਟੀਸ਼ਨ ਤੇ ਅਜੇ ਉਹਨਾਂ ਨੇ ਕੋਈ ਅਜੇ ਡਿਸੀਜਨ ਨਹੀਂ ਦਿੱਤਾ। ਸੋ ਸਾਡੀ ਇਹ ਐਂਟੀਸਪੇਸ਼ਨ ਆ, ਇਸੇ ਚੀਜ਼ ਦੇ ਬਾਰੇ ਅਸੀਂ ਸੋਚਿਆ ਆ ਕਿ ਇਹ ਜਿਹੜਾ ਅਸਤੀਫਾ ਉਹਨਾਂ ਨੇ ਮਨਜ਼ੂਰ ਹੋਇਆ ਆ, ਉਹਨਾਂ ਦਾ ਵਰਜ਼ਨ ਇਹੀ ਹੋ ਸਕਦਾ ਵੱਧ ਤੋਂ ਵੱਧ ਕਿ ਅਸਤੀਫਾ ਜਿਹੜਾ ਮਨਜ਼ੂਰ ਹੋ ਚੁੱਕਾ ਆ। ਹੁਣ ਡਿਸਕੁਆਲੀਫਿਕੇਸ਼ਨ ਪਟੀਸ਼ਨ ਜਿਹੜੀ ਹੈ ਉਹਦਾ ਕੋਈ ਮਾਇਨੇ ਨਹੀਂ ਰੱਖਦੇ, ਪਰ ਇਹ ਇੱਦਾਂ ਨਹੀਂ ਹੈ। ਇਹ ਮੈਂ ਦੱਸਣਾ ਚਾਹੁੰਦਾ, ਇਹਦੇ ਤੇ ਵੀ ਇੱਕ ਜਜਮੈਂਟ ਹੈ ਇਸ ਚੀਜ਼ ਦੇ ਉੱਤੇ ਵੀ ਕਿ ਜੇ ਡਿਸਕੁਆਲੀਫਿਕੇਸ਼ਨ ਪਟੀਸ਼ਨ ਤੋਂ ਪਹਿਲਾਂ ਇਹ ਜੇ ਰੈਜ਼ਿਗਨੇਸ਼ਨ ਦੇ ਜਾਂਦੇ ਤਾਂ ਉਹ ਰੈਜ਼ਿਗਨੇਸ਼ਨ ਅਸੈਪਟ ਹੋ ਜਾਂਦਾ ਤਾਂ ਕੋਈ ਦਿੱਕਤ ਨਹੀਂ ਸੀ। ਪਰ ਇੱਥੇ ਇਸ ਕੇਸ ਦੇ ਵਿੱਚ ਡਿਸਕੁਆਲੀਫਿਕੇਸ਼ਨ ਪਟੀਸ਼ਨ ਪਹਿਲਾਂ ਪਈ, ਸੋ ਪਹਿਲਾਂ ਡਿਸਾਈਡ ਹੋਊਗੀ, ਫਿਰ ਅਸੀਂ ਰੈਜ਼ਿਗਨੇਸ਼ਨ ਤੇ ਆਵਾਂਗੇ। ਰੂਲ ਇਹ ਕਹਿੰਦਾ ਹੈ। ਜੇ ਰੂਲ ਲਾਗੂ ਹੋ ਜਾਂਦਾ, ਜੇ ਡਿਸਕੁਆਲੀਫਾਈ ਹੋ ਜਾਂਦੇ ਤਾਂ ਫਿਰ ਅੱਗੇ ਤੋਂ ਵੀ ਵਿਧਾਇਕਾਂ ਤੇ ਹੀ ਰੂਲ ਫੋਲੋ ਹੋਊਗਾ ਫਿਰ? ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਥੈਂਕਸ ਟੂ ਹਿਮ, ਉਹਨਾਂ ਕਰਕੇ ਇਹ ਜਿਹੜੀ ਪਟੀਸ਼ਨ ਪਈ, ਪਟੀਸ਼ਨ ਪੈਣ ਕਰਕੇ 30 ਸਿਟਿੰਗਸ ਜਦੋਂ ਪੂਰੀਆਂ ਹੁੰਦੀਆਂ ਪੰਜਾਬ ਵਿਧਾਨ ਸਭਾ ਦੀਆਂ, ਰੂਲ ਆਟੋਮੈਟਿਕਲੀ ਲਾਗੂ ਹੋ ਜਾਊਗਾ। ਅੱਜ ਤੋਂ ਬਾਅਦ ਜਿਹੜੀ ਹੁਣ ਟਰਮ ਸ਼ੁਰੂ ਹੋਣ ਵਾਲੀ ਹੈ, ਕੋਈ ਵੀ ਐਮਐਲਏ ਕੋਈ ਪਾਰਟੀ ਛੱਡ ਕੇ ਕਿਸੇ ਹੋਰ 'ਚ ਜਾਂਦਾ ਤੇ ਉੱਤੇ ਉਹ ਰੂਲ ਲਾਗੂ ਹੋਊਗਾ। ਇੱਕ ਗੱਲ ਕਲੀਅਰ ਕਰ ਦਿਓ ਇੱਥੇ, ਇਹ ਜਿਹੜਾ ਰੂਲ ਬਣਦਾ ਹੈ 1985 ਤੋਂ ਚੱਲਦਾ ਆ ਰਿਹਾ, ਸ਼ਾਇਦ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਨਹੀਂ ਹੈਗਾ। ਇਹ ਰੂਲ ਬਣਾਉਣ ਦੇ ਲਈ ਪੰਜਾਬ ਦੇ ਵਿਧਾਇਕਾਂ ਦੀ ਵੀ ਮਨਜ਼ੂਰੀ ਹੁੰਦੀ ਹੈ ਕਿ ਚੋਣ ਕਮਿਸ਼ਨ ਇਹ ਡਿਸਾਈਡ ਕਰਦਾ? ਨਹੀਂ ਜੀ, ਇਹ ਪੰਜਾਬ ਵਿਧਾਨ ਸਭਾ ਦੇ ਜਿਹੜੇ ਰੂਲ ਹੈ, ਜਿਹੜੀ ਇੱਕ ਪ੍ਰਸਤਾਵ ਹੁੰਦਾ ਉਹ ਰੱਖਦੇ ਆ, ਜਿੱਦਾਂ ਨਾਰਮਲ ਬਾਕੀ ਪਾਸ ਹੁੰਦੇ ਉੱਦਾਂ ਹੀ ਇਹ ਵੀ ਇੱਕ ਵਾਰੀ ਰੱਖ ਕੇ ਪਾਸ ਕਰਾਉਣਾ ਹੁੰਦਾ। ਸੋ ਇਹ ਆਲਰੇਡੀ ਹੋ ਚੁੱਕਾ ਤੇ ਅੱਗੇ ਤੋਂ ਲਾਗੂ ਹੋਊਗਾ ਵੀ। ਅੱਛਾ, ਸੁਖਪਾਲ ਸਿੰਘ ਖਹਿਰਾ ਹੁਣਾਂ ਨੇ ਤਰਕ ਦਿੱਤਾ ਅਸਤੀਫੇ ਤੋਂ ਬਾਅਦ, ਕਹਿੰਦੇ ਨੇ ਕਿ ਮੈਂ ਜਦੋਂ ਅਸਤੀਫਾ ਦਿੱਤਾ ਕਾਂਗਰਸ ਪਾਰਟੀ ਜੁਆਇਨ ਕਰਨ ਤੋਂ ਪਹਿਲਾਂ, ਤਾਂ ਸਪੀਕਰ ਨੇ ਕਿਹਾ ਸੀਗਾ ਕਿ ਸਹੀ ਤਰੀਕੇ ਦੇ ਨਾਲ ਅਸਤੀਫਾ ਦਿੱਤਾ ਜਾਏ, ਤੇ ਮੈਂ ਸਹੀ ਤਰੀਕੇ ਦੇ ਨਾਲ ਅਸਤੀਫਾ ਦਿੱਤਾ ਤਾਂ ਕਰਕੇ ਮਨਜ਼ੂਰ ਹੋਇਆ। ਦੇਖੋ ਜੀ, ਇਹ ਵੀ ਇੱਕ ਸ਼ੈਤਾਨੀ ਹੈ। ਇੱਦਾਂ ਨਹੀਂਗਾ ਕਿ ਲੀਗਲੀ ਇਹਨਾਂ ਕੋਲ ਇੰਨੀ ਨੌਲੇਜ ਨਹੀਂ ਗੀ। ਨੌਲੇਜ ਆਪ ਭਾਵੇਂ ਜਿੰਨੀ ਮਰਜ਼ੀ ਪੜ੍ਹਾਈ ਕੀਤੀ ਹੋਵੇ, ਪਰ ਇਹਨਾਂ ਦਾ ਬੇਟਾ ਵਕੀਲ ਆ, ਇਹਨਾਂ ਦੇ ਰਿਸ਼ਤੇਦਾਰ ਕਈ ਜੱਜ ਆ, ਕੋਈ ਰਿਟਾਇਰ ਜੱਜ ਆ, ਬੜੇ ਸੁਪਰੀਮ ਕੋਰਟ ਵੀ ਕੋਈ ਪ੍ਰੈਕਟਿਸ ਕਰਦੇ ਇਹਨਾਂ ਦੇ ਰਿਲੇਟਿਵ, ਇਹਨਾਂ ਨੂੰ ਸਾਰਾ ਕੁਝ ਪਤਾ ਆ। ਜਾਣ ਬੁੱਝ ਕੇ ਉਸ ਚੀਜ਼ ਦਾ ਬਹਾਨਾ ਬਣਾ ਕੇ ਕਿ ਆਪਣੇ ਲੋਕਾਂ 'ਚ ਸੱਚੇ ਹੋ ਗਏ ਅਸਤੀਫਾ ਦੇ ਕੇ, ਪਰ ਜਾਣ ਬੁੱਝ ਕੇ ਉਹਦਾ ਫਾਇਦਾ ਲਿਆ। ਕਿ ਇੱਕ ਫਾਰਮੈਟ ਤੇ ਵੀ ਮੈਂ ਤੁਹਾਨੂੰ ਗੱਲ ਦੱਸਣਾ ਚਾਹੁੰਦਾ ਕਿ ਉਹਦੇ ਰੂਲ ਨੂੰ ਧਿਆਨ ਨਾਲ ਜੇ ਪੜ੍ਹਿਆ ਜਾਵੇ ਰੂਲ ਨੂੰ, ਉਹਦੇ 'ਚ ਇਹ ਆ ਕਿ ਚਾਹੇ ਤੁਸੀਂ 20 ਪੇਜਾਂ ਦਾ, ਚਾਹੇ 100 ਦਾ, ਚਾਹੇ 1000 ਪੇਜ ਦਾ ਅਸਤੀਫਾ ਲਿਖ ਕੇ ਦੇ ਦਿਓ, ਉਹ ਵੀ ਮਨਜ਼ੂਰ ਹੋਣਾ ਬਣਦਾ ਹੈ। ਬਸ ਬਕਾਇਦਾ ਉਹਦੇ 'ਚ ਇੱਕ ਲਾਈਨ ਲਿਖੀ ਹੋਵੇ ਕਿ ਆਈ ਹੇਅਰ ਬਾਈ ਰਿਜ਼ਾਈਨ ਫਰੋਮ ਪੋਸਟ, ਜਾਂ ਫਿਰ ਜਿਹੜੀ ਮੈਂਬਰਸ਼ਿਪ ਆਫ ਵਿਧਾਨ ਸਭਾ, ਸਿਰਫ ਉਹ ਸਪੀਕਰ ਸਾਹਿਬ ਦੀ ਡਿਸਕ੍ਰਿਸ਼ਨ ਆ ਕਿ ਉਹ ਲਾਈਨ ਇਕੱਲੀ ਪੜ੍ਹਨੀ ਕਿ ਨਹੀਂ ਪੜ੍ਹਨੀ। ਸੋ ਇੱਕ ਡਰਾਮਾ ਆ, ਇਹਨਾਂ ਦਾ ਬਹਾਨਾ ਆ। ਜਾਣ ਬੁੱਝ ਕੇ ਕੀ ਗੱਲ ਕਿ ਇੰਨੇ ਪੜ੍ਹੇ ਲਿਖੇ ਜਾਂ ਇੰਨੀ ਸਮਝ ਇਹ ਨਹੀਂ ਰੱਖਦੇ ਕਿ ਅਸਤੀਫਾ ਇੱਕ ਲੈਟਰ ਲਿਖਣਾ ਨਹੀਂ ਆਉਂਦਾ ਇਹਨਾਂ ਨੂੰ। ਇਹ ਜਾਣ ਬੁੱਝ ਕੇ ਲੈਟਰ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਉਣ ਲਈ ਜਿਹੜਾ ਰੈਜ਼ਿਗਨੇਸ਼ਨ ਦਿੱਤਾ ਜਾਂਦਾ, ਪਰ ਪ੍ਰਿਵਿਲੇਜਸ ਨਹੀਂ ਛੱਡ ਸਕਦੇ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਮੇਨ ਪ੍ਰੋਬਲਮ ਇਹ ਆ ਕਿ ਤਨਖਾਹ ਨਹੀਂ ਛੱਡ ਸਕਦੇ, ਪੈਨਸ਼ਨ ਨਹੀਂ ਛੱਡ ਸਕਦੇ। ਰੈਜ਼ਿਗਨੇਸ਼ਨ ਤੇ ਡਿਸਕੁਆਲੀਫਿਕੇਸ਼ਨ 'ਚ ਨਾ ਨਾਰਮਲ ਦੇਖਿਆ ਜਾਵੇ ਇੱਦਾਂ ਲੱਗਦਾ ਕਿ ਸੀਟ ਤੇ ਖਾਲੀ ਹੋ ਗਈ ਭਲਾਦੀ, ਪਰ ਬਹੁਤ ਫਰਕ ਆ। ਫਰਕ ਇਹ ਹੈ, ਜੇ ਡਿਸਕੁਆਲੀਫਾਈ ਹੁੰਦੇ, ਜਿਹੜੇ 3 ਸਾਲ ਦੀ ਇਹਨਾਂ ਨੇ ਤਨਖਾਹ ਲਈ 2019 ਤੋਂ ਜਨਵਰੀ ਤੋਂ ਹੁਣ ਤੱਕ, ਉਹਨੂੰ ਕਿੱਦਾਂ ਜਸਟੀਫਾਈ ਕਰਦੇ ਆ? ਜਿਹੜੇ ਭੱਤੇ ਲਏ ਆ, ਜਿਹੜੇ ਪੈਸੇ ਲਏ ਆ, ਆਪਣੇ ਮੋਬਾਈਲ ਖਰਚੇ, ਤੇਲ ਖਰਚੇ, ਜਿਹੜੇ ਗਨਮੈਨ ਇੰਨੇ ਲੈ ਕੇ ਘੁੰਮੇ ਆ, ਬਠਿੰਡੇ ਜਿਹੜਾ ਇੰਨਾ ਅਮਲਾ ਸਮਲਾ ਲੈ ਕੇ ਗਏ, ਤੇ ਭਲੱਥ ਦਾ ਗਿਫਟ ਸੀਗਾ ਇਹਨਾਂ ਨੂੰ। ਭਲੱਥ 4.5 ਸਾਲੇ ਵੜੇ ਨਹੀਂ, ਹੁਣ ਵੜੇ ਆ ਜੂਨ ਤੋਂ ਬਾਅਦ। ਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਜਦੋਂ ਦੇ ਵੜੇ ਆ, ਪਹਿਲਾਂ ਹਲਕੇ ਦੇ ਵਿੱਚ ਕੋਈ ਕਿਸੇ ਤਰੀਕੇ ਦਾ ਕੋਈ ਰੌਲਾ ਨਹੀਂ। ਚਲੋ ਜਿਹੜੀ ਟਸਲਬਾਜ਼ੀ ਸਿਆਸੀ ਚੱਲਦੀ ਹੋਊਗੀ, ਪਰ ਆਮ ਲੋਕੀ ਉਹ ਤੋਂ ਇਫੈਕਟ ਨਹੀਂ ਹੁੰਦੇ ਸੀਗੇ। ਬਟ ਇਹਨਾਂ ਦੇ ਆਉਣ ਕਰਕੇ ਇੱਕ ਪਰਚਾ ਪੋਲੀਟਿਕਸ ਸ਼ੁਰੂ ਹੋ ਗਈ। ਦਰਖਾਸਤਾਂ, ਇੱਕ ਸਲੀਪਰ ਸੈੱਲ ਟਰਮ ਯੂਜ਼ ਕਰੂੰਗਾ ਕਿ ਉਹ ਜਿਹੜੇ ਬੰਦੇ ਨਾ ਆਲਰੇਡੀ ਡੋਰਮੈਂਟ ਪਏ ਸੀਗੇ, ਸ਼ਾਂਤ ਪਏ ਸੀ, ਹੁਣ ਪਿੰਡ ਦੀ ਧੜੇਬਾਜ਼ੀ ਸ਼ੁਰੂ ਹੋ ਗਈ। ਸੋ ਇਹਨਾਂ ਨੇ ਆ ਕੇ ਸਮਝ ਲਓ ਕਿ ਉਹ ਕੰਮ ਸ਼ੁਰੂ ਕਰਤਾ, ਕਿਉਂਕਿ ਇਹਨਾਂ ਕੋਲ ਮੁੱਦਾ ਕੋਈ ਹੈ ਨਹੀਂ, ਕੰਮ ਇਹਨਾਂ ਦਾ ਕੋਈ ਕੀਤਾ ਨਹੀਂ, ਐਬਸੈਂਟ ਰਹੇ ਆ, ਤੇ ਅੰਦਰੋਂ ਅੰਦਰ ਹੀ ਹੈ ਤੇ ਸ਼ਰਮਿੰਦਾ ਆ। ਹੋਣੇ ਵੀ ਚਾਹੀਦੇ ਆ ਕਿ ਇੱਥੋਂ ਦੇ ਵੋਟ ਲੈ ਕੇ ਲੋਕਾਂ ਦਾ ਮਾਨ ਸਨਮਾਨ ਦਿੱਤਾ, ਉਹ ਫਿਰਦੇ ਰਹੇ ਪੰਜਾਬ 'ਚ ਕਿਤੇ ਹੋਰ।
ਤੁਹਾਡੀਆਂ ਇਹ ਗੱਲਾਂ ਸੁਣ ਕੇ ਸੁਖਪਾਲ ਸਿੰਘ ਖਹਿਰਾ ਉਹਨਾਂ ਨੂੰ ਫੇਰ ਸਵਾਲ ਉਠਾਉਣੇ, ਉਹਨਾਂ ਕਹਿਣਾ ਕਿ ਇਹ ਸਿਆਸੀ ਬਦਲਾਖੋਰੀ ਹੈ। ਮੈਨੂੰ ਲੱਗਦਾ ਕਿ ਇਸ ਵਾਰ ਤੁਹਾਡੇ ਫਾਦਰ ਹੋਣਾ ਦੀ ਜਗ੍ਹਾ ਤੇ ਉਹ ਇਲੈਕਸ਼ਨ ਲੜੇ ਨੇ। 2017 'ਚ ਤੁਹਾਡੇ ਫਾਦਰ ਇਲੈਕਸ਼ਨ ਲੜੇ ਸੀਗੇ ਕਾਂਗਰਸ ਦੇ ਵੱਲੋਂ, ਇਸ ਵਾਰ ਆਮ ਆਦਮੀ ਪਾਰਟੀ 'ਚ ਆ ਗਏ ਨੇ। ਉਹ ਇਹ ਵੀ ਕਹਿਣਗੇ ਕਿ ਇਹ ਸਿਆਸੀ ਬਦਲਾਖੋਰੀ ਹੈ, ਇਸ ਕਰਕੇ ਮੇਰੇ ਤੇ ਇਸ ਤਰੀਕੇ ਦੀ ਜਿਹੜੀ ਉਹ ਬਿਆਨਬਾਜ਼ੀ ਕੀਤੀ ਜਾ ਰਹੀ। ਦੇਖੋ, ਮੈਂ ਤੁਹਾਨੂੰ ਇੱਕ ਅਸਲੀਅਤ ਗੱਲ ਦੱਸਾਂ, ਜੇ ਇਹ ਜੈਨੂਇਨਲੀ ਕੰਮ ਕਰਦੇ ਹੁੰਦੇ, ਮੈਨੂੰ ਜੇ ਆਪਣੇ ਫਾਦਰ ਸਾਹਿਬ ਦੇ ਖਿਲਾਫ ਵੀ ਸਟੈਂਡ ਲੈਣਾ ਪੈਂਦਾ ਮੈਂ ਲੈਂਦਾ, ਪਰ ਇਹ ਕੰਮ ਨਹੀਂ ਕਰਦੇ, ਸ਼ੋਅ ਆਫ ਕਰਦੇ ਆ, ਡਰਾਮਾ ਕਰਦੇ ਆ। ਮੈਂ ਤੁਹਾਨੂੰ ਇੱਕ ਟਿਪੀਕਲ ਐਗਜ਼ਾਮਪਲ ਦਿੰਦਾ, ਸਾਡੇ ਜੱਗਾ ਨਿਹਾਲਗੜ੍ਹ ਰੋਡ ਆ, ਤੁਸੀਂ ਹੈਰਾਨ ਹੋ ਜਾਓਗੇ ਇੱਕ ਵਾਰੀ ਦੇਖੋ ਕਿ ਉਸ ਰੋਡ ਤੇ ਪਤਾ ਨਹੀਂ 3 ਕਿ ਚੌਥੀ 5ਵੀਂ ਵਾਰੀ ਇਨੋਗ੍ਰੇਸ਼ਨ ਉਹਦਾ ਹੀ ਕਰੀ ਜਾਂਦੇ, ਕੰਮ ਹੀ ਹੈ ਨਹੀਂ ਕੋਈ, ਤੇ ਨਾਲ ਦੀ ਨਾਲ ਕੰਮ ਗਣਾਉਂਦੇ ਇੱਦਾਂ ਉਂਗਲਾਂ ਤੇ ਕਿ ਆਹ ਕਰਾਇਆ, ਆਹ ਕਰਾ ਲਿਆ, ਆਹ ਕਰਾ ਲਿਆ। ਮੈਂ ਆਉਣ ਤੋਂ ਬਾਅਦ ਉਹਦਾ ਰਿਕਾਰਡ ਚੈੱਕ ਕਰੋ ਪਹਿਲਾਂ, ਉਹ ਇਹਨਾਂ ਦੇ ਆਉਣ ਤੋਂ ਪਹਿਲਾਂ ਹੀ ਅਪਰੂਵ ਹੋਏ ਆ। ਇਹ ਤੇ ਆਏ ਬਾਅਦ ਚੋਂ ਆ ਕਾਂਗਰਸ ਚੋਂ, ਤੇ ਇਹਨਾਂ ਦੇ ਆਉਣ ਤੋਂ ਪਹਿਲਾਂ ਦੇ ਅਪਰੂਵ ਹੋਏ ਆ ਪ੍ਰੋਜੈਕਟ ਸਾਰੇ। ਸਿਆਸੀ ਬਦਲਾਖੋਰੀ ਦੇਖੋ, ਮੈਂ 1982 ਦੀ ਗੱਲ ਕਰ ਰਿਹਾ, ਇਹਨਾਂ ਦੇ ਜਿਹੜੇ ਆ ਡਾਕੂਮੈਂਟਸ ਜਾਂ ਦੂਜੀਆਂ ਜਾਂ ਇਹ ਉੱਤੇ ਮੈਂ ਲੇਟਰ ਆਨ ਆਊਂਗਾ, ਪਰ ਮੈਂ ਇਹਦੀ ਪਹਿਲਾਂ ਇਸ ਪਟੀਸ਼ਨ ਦੀ ਗੱਲ ਕਰ ਲਵਾਂ। ਕੀ ਗੱਲ ਕਾਨੂੰਨ ਨਹੀਂ ਟੁੱਟਾ? ਕੀ ਗੱਲ ਇਹ ਗਲਤ ਨਹੀਂ ਸੀ? ਹਾਈ ਕੋਰਟ ਇੰਨੀ ਸਮਝ ਤੇ ਰੱਖਦਾ ਨਾ, ਜੇ ਉਹਨਾਂ ਨੇ ਇਹਦੇ ਵਿੱਚ ਇੰਟਰਵੀਨ ਕੀਤਾ ਆ, ਕੁਝ ਗਲਤੀ ਸੀਗੀ ਤਾਂ ਹੀ ਕੀਤਾ। ਇਹ ਮੈਂ ਉਹਨਾਂ ਤੋਂ ਕਰਵਾਇਆ। ਸਿਆਸੀ ਬਦਲਾਖੋਰੀ ਤਾਂ ਹੋ ਸਕਦੀ ਜੇ ਮੈਂ ਇਲਜ਼ਾਮ ਲਾਵਾਂ। ਮੈਂ ਇਲਜ਼ਾਮ ਨਹੀਂ ਲਾ ਰਿਹਾ, ਮੈਂ ਤੁਹਾਨੂੰ ਡਾਕੂਮੈਂਟਸ ਦੇ ਰਿਹਾ, ਤੁਹਾਨੂੰ ਪ੍ਰੂਫ ਦੇ ਰਿਹਾ, ਪ੍ਰੋਪਰ ਬਕਾਇਦਾ ਹਰ ਚੀਜ਼ ਦਾ ਰਿਟਨ ਡਾਕੂਮੈਂਟਡ ਆ। ਹਾਈ ਕੋਰਟ ਉੱਤੇ ਕੀ ਹੋ ਸਕਦਾ ਪੰਜਾਬ ਦੇ ਵਿੱਚ, ਇਸ ਸਟੇਟ ਦੇ ਵਿੱਚ? ਲੱਗਦਾ ਕਿ ਹੁਣ ਜਿੱਦਾਂ ਅਸਤੀਫਾ ਮਨਜ਼ੂਰ ਹੋ ਗਿਆ, ਸਪੀਕਰ ਵੀ ਤਰਕ ਦੇਣਗੇ ਕਿ ਹੁਣ ਤਾਂ ਅਸਤੀਫਾ ਹੀ ਮਨਜ਼ੂਰ ਹੋ ਗਿਆ, ਹੁਣ ਤਾਂ ਸੁਖਪਾਲ ਸਿੰਘ ਖਹਿਰਾ MLA ਰਹੇ ਹੀ ਨਹੀਂ, ਡਿਸਕੁਆਲੀਫਾਈ ਕਰਨ ਦਾ ਮਤਲਬ ਕੀ ਬਣਦਾ ਹੈ? ਤੁਹਾਨੂੰ ਲੱਗਦਾ ਡਿਸਕੁਆਲੀਫਾਈ ਹੋਊਗਾ ਹੁਣ? ਦੇਖੋ ਜੀ, ਜੇ ਨਹੀਂ ਕਰਨਗੇ ਤਾਂ ਫਿਰ ਕੋਰਟ ਦੇ ਥਰੂ ਅਸੀਂ ਅਪਰੋਚ ਕਰਾਂਗੇ, ਡੈਫੀਨੇਟਲੀ ਕਰਨਗੇ। ਕਿਉਂਕਿ ਦੇਖੋ, ਮੈਂ ਕੋਈ ਇੱਦਾਂ ਦੀ ਨਹੀਂ ਕੋਈ ਨਜਾਇਜ਼ ਮੰਗ ਰੱਖ ਰਿਹਾ, ਮੈਂ ਮੰਗ ਉਹ ਰੱਖ ਰਿਹਾ ਜਿਹੜੀ ਆਲਰੇਡੀ ਸੈਟਲਡ ਲਾਅ ਆ। ਇਹ ਆਲਰੇਡੀ ਡਿਸਾਈਡਡ ਸੈਟਲਡ ਲਾਅ ਆ ਕਿ ਜਿਹੜੀ ਚੀਜ਼ ਪਹਿਲਾਂ ਆ ਉਹ ਪਹਿਲਾਂ ਡਿਸਾਈਡ ਹੋਊਗੀ, ਦੂਜੀ ਬਾਅਦ 'ਚ ਹੋਊਗੀ। ਆ ਸੁਪਰੀਮ ਕੋਰਟ ਦੀ ਜਜਮੈਂਟ ਤੁਹਾਡੇ ਮੈਂ ਸਾਹਮਣੇ ਰੱਖਦਾ ਆ। ਇਨਫੈਕਟ ਪੇਜ ਵੀ ਤੱਕ ਵੀ ਮਾਰਕ ਕੀਤਾ, ਮੈਂ ਪੈਰਾਗ੍ਰਾਫ ਵੀ ਪੜ੍ਹਾ ਸਕਦਾ ਇਫ ਯੂ ਵਾਂਟ, ਕਿ ਸਿਮਿਲਰ ਲਾਈਨਸ ਦੇ ਉੱਤੇ ਸੇਮ ਕੇਸ, ਸੇਮ ਸਾਰਾ ਕੁਝ ਇੱਦਾਂ ਹੋਇਆ ਸੀਗਾ। ਉਹਦੇ ਵਿੱਚ ਸੁਪਰੀਮ ਕੋਰਟ ਨੇ ਬਕਾਇਦਾ ਉਹਦੇ ਤੇ ਐਕਸ਼ਨ ਲਿਆ। ਸੁਪਰੀਮ ਕੋਰਟ ਨੇ ਖੁਦ ਉਹਨਾਂ ਬੰਦਿਆਂ ਨੂੰ ਡਿਸਕੁਆਲੀਫਾਈ ਜਿਹੜਾ ਘੋਸ਼ਿਤ ਕੀਤਾ ਸੀ। ਅੱਛਾ, ਇੱਕ ਹੋਰ ਪਟੀਸ਼ਨ ਤੁਸੀਂ ਪਾਈ ਹੋਈ ਸੀਗੀ ਇਹਨਾਂ ਦੀ ਕੁਆਲੀਫਿਕੇਸ਼ਨ ਨੂੰ ਲੈ ਕੇ, ਉਹ ਮਸਲਾ ਕੀ ਹੈਗਾ? ਦੇਖੋ ਜੀ, ਇੱਕ ਪਟੀਸ਼ਨ ਹੋ ਰਿਹਾ, ਮੇਬੀ ਆਈ ਡੋਂਟ ਥਿੰਕ ਸੋ ਕਿ ਸਪੀਕਰ ਸਾਹਿਬ ਦੇ ਵੀ ਇਹ ਚੀਜ਼ ਧਿਆਨ 'ਚ ਆ ਕਿ ਇੱਕ ਪਟੀਸ਼ਨ ਸਪੀਕਰ ਸਾਹਿਬ ਕੋਲ ਹੋਰ ਵੀ ਪੈਂਡਿੰਗ ਪਈ ਹੈ। ਉਹ ਇਹਨਾਂ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਲੈ ਕੇ, ਇਹ ਤੋਂ ਵੀ ਪਹਿਲਾਂ ਦੀ 2007 ਦੇ ਵਿੱਚ ਇਹਨਾਂ ਨੇ ਇਲੈਕਸ਼ਨ ਐਫੀਡੇਵਿਟ ਦਿੱਤਾ ਸੀ, ਜਿਹਦੇ ਵਿੱਚ ਇਹਨਾਂ ਨੇ ਇਹ ਮੈਂਸ਼ਨ ਕੀਤਾ ਕਿ ਇਹ BA ਪਾਰਟ 2 ਨੇ DAV ਕਾਲਜ ਤੋਂ, ਮਤਲਬ BA ਪਾਸ ਨਹੀਂ, ਗ੍ਰੈਜੂਏਟ ਨਹੀਂ। ਪਰ 2012 ਦੇ ਵਿੱਚ ਇਹਨਾਂ ਨੇ ਇਹ ਮੈਂਸ਼ਨ ਕੀਤਾ ਕਿ ਇਹ ਗ੍ਰੈਜੂਏਟ ਨੇ। ਆ ਪ੍ਰੋਪਰ ਉਹਦਾ ਪ੍ਰੂਫ ਆ। ਤੁਸੀਂ ਇਹ ਕਹਿ ਸਕਦੇ ਆ ਕਿ 5 ਸਾਲ ਸੀਗੇ, ਮੇਬੀ 5 ਸਾਲਾਂ 'ਚ ਪਾਸ ਕਰ ਗਏ ਹੋਣ, ਪਰ 2017 ਦੇ ਵਿੱਚ ਫਿਰ ਫੇਲ ਹੋ ਗਏ, ਫਿਰ ਪਿੱਛੇ ਚੱਲ ਗਏ। ਮਤਲਬ ਇਹ ਮੈਂ ਮੰਨ ਸਕਦਾ ਕਿਸੇ ਬੰਦੇ ਨੇ 10ਵੀਂ ਕੀਤੀ ਹੈ, ਉਹ 5 ਸਾਲਾਂ ਬਾਅਦ +2 ਕਰ ਸਕਦਾ, 2 ਸਾਲਾਂ ਦਾ ਟਾਈਮ ਹੈ, ਉਹ ਵਾਪਸ 8ਵੀਂ 'ਚ ਤਾਂ ਨਹੀਂ ਨਾ ਜਾ ਸਕਦਾ। ਪਿੱਛੇ ਕਿੱਦਾਂ ਜਾਈ ਜਾ ਰਹੇ ਆ? ਕੁਆਲੀਫਿਕੇਸ਼ਨ ਇਹਨਾਂ ਦੀ ਘਟਦੀ ਜਾ ਰਹੀ ਦਿਨੋਂ ਦਿਨ। ਤਾਂ ਇਹਨਾਂ ਨੇ ਆਪਣੇ ਇਲੈਕਸ਼ਨ ਐਫੀਡੇਵਿਟ 2012 ਦੇ ਵਿੱਚ ਗ੍ਰੈਜੂਏਸ਼ਨ, 17 ਦੇ ਵਿੱਚ ਦੁਬਾਰਾ BA ਫੇਲ, ਉਸ ਤੋਂ ਬਾਅਦ 19 'ਚ ਵੀ ਮਤਲਬ ਇਹਨਾਂ ਨੇ BA ਪਾਸ ਨਹੀਂ ਸ਼ੋ ਕੀਤਾ। ਅਤੇ ਉਹਦੀ ਅਸੀਂ ਬਕਾਇਦਾ RTI ਪਾ ਕੇ ਉਹਦਾ ਰਿਕਾਰਡ ਕਢਾਇਆ, ਜਿਹਦੇ 'ਤੇ ਸਾਨੂੰ ਜਿੰਨਾ ਇਹ ਖਰਾਬ ਕਰ ਸਕਦੇ ਉਹਨਾਂ ਕੀਤਾ। ਨੋਰਮਲੀ RTI ਦਾ ਜਿਹੜਾ ਟਾਈਮ ਹੁੰਦਾ 15 ਦਿਨਾਂ ਦਾ ਹੁੰਦਾ, ਇਹ ਵੀ ਰੂਲ ਹੈ, ਇਹ ਵੀ ਲਾਅ ਆ। ਪਰ ਇਹਨਾਂ ਨੇ ਸਾਨੂੰ 1.5 ਸਾਲ ਬਾਅਦ ਰਿਕਾਰਡ DAV ਕਾਲਜ ਨੇ ਦਿੱਤਾ। ਅਤੇ ਉਹਦੇ 'ਚ ਮੈਂ ਇਹ ਦੱਸਣਾ ਚਾਹੁੰਦਾ ਕਿ DAV ਕਾਲਜ ਇੰਨੀ ਰਜਿਸਟੈਂਸ ਸ਼ੋ ਕੀਤੀ ਇਹ ਰਿਕਾਰਡ ਦੇਣ ਲਈ ਕਿ ਇੱਥੋਂ ਤੱਕ ਕਿ ਸਾਨੂੰ ਕੋਰਟ ਤੱਕ ਅਪਰੋਚ ਕਰਨ ਦੀ ਨੌਬਤ ਆਈ। ਅਤੇ ਜਦੋਂ ਕਈ ਥਾਵਾਂ 'ਤੇ ਇਹ ਵੀ ਮੈਂ ਦੱਸਦਾ ਕਿ ਇਹਨਾਂ ਨੇ ਉਹਨਾਂ ਦਾ ਰਿਕਾਰਡ ਜਿਹੜਾ ਆ ਉਹਨੂੰ ਖੁਰਦ-ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ, ਕਿਸੇ ਤਰ੍ਹਾਂ ਉਹਨੂੰ ਖੁਰਦ-ਬੁਰਦ ਕਰ ਦਈਏ, ਕਿਉਂਕਿ ਇਹ DAV ਕਾਲਜ ਲਈ ਬੜੀ ਵੱਡੀ ਐਂਬੈਰਸਮੈਂਟ ਸੀ। ਕਿਉਂਕਿ ਉਹਨਾਂ ਦੇ DAV ਕਾਲਜ ਦਾ ਜਿਹੜਾ ਹਾਲ ਆਫ ਫੇਮ ਆ, ਇੱਕ ਹਾਲ ਬਣਾਇਆ, ਉੱਥੇ ਇਹਨਾਂ ਦੀ ਫੋਟੋ ਲਾਈ ਕਿ ਵੀ ਸਕਸੈਸ ਸਟੋਰੀਜ਼, ਕਿ ਇਹ ਮਤਲਬ ਵਨ ਆਫ ਦਾ ਨੋਨ ਪਰਸਨੈਲਿਟੀ ਜਿਹੜੇ ਸਾਡੇ ਕਾਲਜ ਤੋਂ ਪੜ੍ਹੇ। ਪਰ ਕਾਲਜ ਦਾ ਮਤਲਬ ਤਾਂ ਇਹ ਹੁੰਦਾ ਹੈ ਕਿ ਪੜ੍ਹਾਈ 'ਚੋਂ ਤਾਂ ਇਹ ਫੇਲ ਆ। ਅਤੇ ਇਸ ਕਰਕੇ ਆਪਣੀ ਵੀ ਇਮੇਜ ਬਚਾਉਣ ਲਈ ਉਹਨਾਂ ਨੇ ਪੂਰਾ ਜ਼ੋਰ ਲਾਇਆ। ਪਰ ਉਹਦਾ ਰਿਕਾਰਡ ਵੀ ਇਹ ਸਾਡੇ ਕੋਲ ਪਿਆ ਕਿ ਆ ਤੁਸੀਂ ਦੇਖ ਸਕਦੇ ਆ, ਮੇਰੀ ਹੈਂਡ ਰਾਈਟਿੰਗ ਨਹੀਂ, ਕਾਲਜ ਵੱਲੋਂ ਲਿਖ ਕੇ ਦਿੱਤਾ ਗਿਆ ਕਿ ਉਹ ਫੇਲ ਆ। ਅਤੇ ਹੁਣ ਇਸ ਚੀਜ਼ 'ਤੇ ਵੀ ਕਹਿ ਸਕਦੇ ਸਿਆਸਤ ਆ ਜਾਂ ਕੁਛ ਇੱਦਾਂ ਦੀ ਚੀਜ਼ ਹੈ। ਹੁਣ ਮੈਨੂੰ ਇਹ ਦੱਸੋ ਕਿ 1982 ਦਾ ਰਿਕਾਰਡ ਹੈ, ਮੈਂ ਅੱਗੇ ਗੱਲ ਸ਼ੁਰੂ ਕੀਤੀ ਸੀ, ਉੱਥੋਂ ਕੰਟੀਨਿਊ ਕਰਦਾ। 1982 ਦਾ ਰਿਕਾਰਡ ਆ, 1982 'ਚ ਤਾਂ ਮੈਂ ਪੈਦਾ ਨਹੀਂ ਹੋਇਆ। ਉਹਦੇ 'ਚ ਕੀ ਸਿਆਸੀ ਹੋ ਸਕਦਾ? ਕੁਛ ਸਿਆਸੀ ਨਹੀਂ। ਗੱਲ ਇਹ ਹੈ ਕਿ ਲੀਗੈਲਿਟੀ 'ਤੇ ਮਾਰ ਖਾਂਦੇ ਆ। ਹੁਣ ਕੱਲ੍ਹ ਨੂੰ ਕਹਿ ਦੇਣ ਕਿ ਇਹ ਇਹਨਾਂ ਦੇ ਫਾਦਰ ਲੜੇ ਸੀਗੇ ਮੇਰੇ ਖਿਲਾਫ ਤਾਂ ਆ,
ਜੇ ਕਹਿ ਦੇਣ ਜੀ ਬੀਬੀ ਜਗੀਰ ਕੌਰ, ਕਦੀ ਰਾਣਾ ਗੁਰਜੀਤ ਦਾ ਨਾਮ ਲੈ ਦੇਣਗੇ, ਕਦੀ ਕਿਸੇ ਦਾ ਨਾਮ ਲੈ ਦੇਣਗੇ, ਉਹਨਾਂ ਚੀਜ਼ਾਂ ਦਾ ਇਹਦੇ ਨਾਲ ਕੋਈ ਤਾਲੁਕਾਤ ਹੀ ਹੈ ਨਹੀਂ। ਇਸ ਚੀਜ਼ ਤੇ ਜਵਾਬ ਦੇਣ। ਅੱਛਾ, ਜੇ ਇਹ ਤੁਸੀਂ ਹੁਣ ਡਾਟਾ ਇੱਕ ਕੱਢ ਕੇ ਲੈ ਕੇ ਆਏ ਹੋ ਵੀ ਵਾਕਈ ਐਫੀਡੇਵਿਟ ਦੇ ਵਿੱਚ ਗਲਤ ਇਨਫੋਰਮੇਸ਼ਨ ਦਿੱਤੀ ਗਈ ਹੈ, ਇਹਦੇ ਤੇ ਕਾਰਵਾਈ ਕੀ ਹੋ ਸਕਦੀ ਹੈ ਫਿਰ? ਦੇਖੋ ਜੀ, ਕਾਰਵਾਈ ਪਹਿਲੀ ਗੱਲ ਤਾਂ ਇੱਕ ਨੋਰਮਲ ਲੇਮਨ ਲੈਂਗੁਏਜ ਤੁਸੀਂ ਕੋਈ ਐਫੀਡੇਵਿਟ ਗਲਤ ਦਿੰਦੇ ਆ ਕੋਈ ਵੀ, ਤਾਂ ਤੁਹਾਡੇ ਖਿਲਾਫ ਇੱਕ ਬਣਦੀ ਕਾਨੂੰਨੀ ਕਾਰਵਾਈ। ਇਹਨਾਂ ਦੇ ਖਿਲਾਫ 171 ਜੀ 177 ਦੀ ਕਾਰਵਾਈ ਬਣਦੀ ਹੈ। ਤੇ ਇਹ ਇਲੈਕਸ਼ਨ ਕਮਿਸ਼ਨ ਦੀ ਜੂਰਿਸਡਿਕਸ਼ਨ ਉਹਨਾਂ ਦੇ ਵਿੱਚ ਫਾਲ ਕਰਦੀ ਕਿ ਉਹ ਕੀ ਡਿਸਾਈਡ ਕਰਦੇ ਆ, ਕਿ ਉਹ ਇਹਨਾਂ ਨੂੰ ਡੀਬਾਰ ਕਰਦੇ ਆ, ਇਹਨਾਂ 'ਤੇ ਕੀ ਐਕਸ਼ਨ ਲੈਂਦੇ, ਇਲੈਕਸ਼ਨ ਕਮਿਸ਼ਨ ਹੀ ਬਿਹਤਰ ਦੱਸ ਸਕਦਾ। ਕਿਉਂਕਿ ਸਾਡਾ ਕੰਮ ਸੀਗਾ ਦੱਸਣਾ, ਕਿਉਂਕਿ ਬੜਾ ਮੇਜਰ ਲੈਪਸ ਹੈ, ਕੋਈ ਛੋਟੀ ਗੱਲ ਨਹੀਂ ਗੀ। ਮੈਂ ਅੱਗੇ ਵੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਅਸੀਂ ਇਲੈਕਸ਼ਨ ਡਾਕੂਮੈਂਟਸ ਜਿਹੜੇ ਨੋਮੀਨੇਸ਼ਨ ਭਰਦੇ ਆ, ਵਕਤ ਪਿਆ ਹੁੰਦਾ ਸਾਰਿਆਂ ਨੂੰ ਕਿ ਇੱਕ ਵੀ ਚੀਜ਼ ਗਲਤ ਨਾ ਹੋ ਜੇ, ਨਹੀਂ ਤਾਂ 5 ਸਾਲਾਂ ਦੀ ਮਿਹਨਤ ਕੀਤਾ ਕਰਾਇਆ, ਤੁਹਾਡੇ ਜਿੰਨੇ ਮਰਜ਼ੀ ਪੈਸੇ ਲੱਗੇ ਹੋਣ, ਸਾਰਾ ਕੁਝ ਜ਼ੀਰੋ ਆ ਜੇ ਤੁਹਾਡੇ ਨੋਮੀਨੇਸ਼ਨ ਪੇਪਰ ਰੱਦ ਹੋ ਜਾਂਦਾ। ਅੱਛਾ, ਮੁੱਖ ਦੀ ਗੱਲ ਇਹ ਹੈ ਕਿ ਜਿੰਨਾ ਤੁਸੀਂ ਡਾਟਾ ਇਕੱਠਾ ਕੀਤਾ ਹੈ, ਇਹਦਾ ਫਾਇਦਾ ਕੀ ਹੋਵੇਗਾ, ਜਾਂ ਸੁਖਪਾਲ ਸਿੰਘ ਖਹਿਰਾ ਹੋਣਾ ਨੂੰ ਨੁਕਸਾਨ ਕੀ ਹੋ ਸਕਦਾ ਜੇ ਡਿਸਕੁਆਲੀਫਾਈ ਹੁੰਦੇ ਨੇ? ਕੀ ਨੁਕਸਾਨ ਹੋਵੇਗਾ, ਜਾਂ 2022 ਦੀਆਂ ਚੋਣਾਂ 'ਤੇ ਕੋਈ ਅਸਰ ਪੈ ਸਕਦਾ? ਦੇਖੋ ਜੀ, ਸਭ ਤੋਂ ਪਹਿਲਾ ਅਸਰ ਇਹ ਹੈ ਕਿ ਮੈਂ ਛੋਟੇ ਹੁੰਦਿਆਂ ਤੋਂ ਲਗਭਗ ਸੁਣਦਾ ਨਾ, ਇਹਨਾਂ ਨੂੰ ਇਦਾਂ ਕਹਿੰਦੇ ਆ ਕਿ ਬੜੇ ਪੜ੍ਹੇ ਲਿਖੇ ਲੀਡਰ ਆ, ਬੜੇ ਸੁਲਝੇ ਆ, ਬਹੁਤ ਇਹਨਾਂ ਪੜ੍ਹਾਈ ਕੀਤੀ, ਤੇ ਲੋਕਾਂ ਦਾ ਜਾਣਨਾ ਹੱਕ ਬਣਦਾ ਆ ਕਿ ਇਹ BA ਫੇਲ ਨੇ, ਉਹਨਾਂ ਤੋਂ ਕਿਤੇ ਵੱਧ ਪੜ੍ਹੇ ਲਿਖੇ ਸਾਡੇ ਹਲਕੇ 'ਚ ਬੰਦੇ ਆ, ਇਹਨਾਂ ਤੋਂ ਕਿਤੇ ਵੱਡੇ। ਸੋ ਉਹ ਕਿਉਂ ਨਹੀਂ ਪੋਲੀਟਿਕਸ 'ਚ ਅੱਗੇ? ਇਹਨਾਂ 'ਚ ਇਹੋ ਜਿਹਾ ਖਾਸ ਕੀ ਹੈ? ਇੱਕ ਚੀਜ਼। ਦੂਸਰਾ ਇਹ ਕਿ ਜੇ ਡਿਸਕੁਆਲੀਫਾਈ ਹੁੰਦੇ, ਤਨਖਾਹ ਜਿਹੜੀ ਇਹਨਾਂ ਨੇ ਇੰਨੀ ਲਈ ਹੈ, ਜੇ ਤੁਸੀਂ ਔਨ ਐਨ ਐਵਰੇਜ ਵੀ ਲਾ ਲਓ ਕਿ ਜੇ ਲੱਖ ਰੁਪਇਆ ਵੀ ਹੋਵੇ 3 ਸਾਲਾਂ ਦਾ 36 ਲੱਖ ਤੇ ਉਹ ਆ, ਬਾਕੀ ਪੱਤੇ ਅਲੱਗ। ਦੇਖੋ ਜੀ, ਡੈਫੀਨਿਟਲੀ ਵਿਦ ਇੰਟਰਸਟ ਮੋੜਨਾ ਪਊਗਾ, ਜਦੋਂ ਐਲੀਜੀਬਲ ਹੀ ਨਹੀਂ ਸੀਗੇ ਕਿ ਇਸ ਚੀਜ਼ ਦੀ ਤਨਖਾਹ ਲਈ। ਤੇ ਇਹ ਤਾਂ ਹੋ ਗਈ ਡਾਕੂਮੈਂਟਸ ਤੇ ਕਹਿ ਰਿਹਾ ਕਿ ਨਹੀਂ ਬਣਦੀ, ਡਿਸਕੁਆਲੀਫਾਈ ਬਣਦੇ ਉਦੋਂ ਤੋਂ। ਪਰ ਨਾਲ ਦੀ ਨਾਲ ਮੈਂ ਮੋਰਲੀ ਵੀ ਪੁੱਛਦਾ ਕੀ ਬਣਦੀ ਇਹਨਾਂ ਦੀ। 4.5 ਸਾਲ ਤੇ ਜਿਹੜੇ ਹਲਕੇ ਤੋਂ ਜਿੱਤੇ ਉੱਥੇ ਵੜੇ ਨਹੀਂ, ਦੋਨੇ ਤਰੀਕੇ ਨਾਲ, ਲੀਗਲੀ ਵੀ ਨਹੀਂ ਬਣਦੀ, ਮੋਰਲੀ ਵੀ ਨਹੀਂ ਬਣਦੀ ਇਹਨਾਂ ਦੀ ਉਹ ਤਨਖਾਹ ਲੈਣੀ। ਸੋ ਇਸ ਚੀਜ਼ ਤੇ ਬੜਾ ਤਗੜਾ ਸਵਾਲ ਹੈ। ਅੱਛਾ, ਹੁਣ ਦੋ ਚੀਜ਼ਾਂ ਨੇ, ਇੱਕ ਤਾਂ ਤੁਹਾਡਾ ਦਲ ਬਦਲੂ ਨੂੰ ਲੈ ਕੇ ਜਿਹੜਾ ਡਿਸਕੁਆਲੀਫਾਈ ਹੋ ਸਕਦੇ ਨੇ, ਤਾਂ ਦੂਜਾ ਐਫੀਡੇਵਿਟ ਗਲਤ ਦਿੱਤਾ ਹੈ, ਤਾਂ 2022 ਦੇ ਵਿੱਚ ਇਲੈਕਸ਼ਨ ਲੜ ਸਕਦੇ ਨੇ ਸੌਖੇ ਤਰੀਕੇ ਦੇ ਨਾਲ ਸੁਖਪਾਲ ਸਿੰਘ ਖਹਿਰਾ, ਕਿ ਜਾਂ ਉਹਦੇ 'ਚ ਵੀ ਅੜਿੱਕਾ ਖੜਾ ਹੋ ਸਕਦਾ? ਦੇਖੋ ਜੀ, ਇਹ ਤਾਂ ਟਾਈਮ ਦੇ ਨਾਲ ਡਿਪੈਂਡ ਕਰਦਾ ਹੈ ਕਿ ਇਲੈਕਸ਼ਨ ਕਮਿਸ਼ਨ ਇਹਦੇ 'ਤੇ ਕੀ ਡਿਸੀਜਨ ਲੈਂਦੀ, ਇਹ ਉਹਨਾਂ 'ਤੇ ਆ। ਹੋ ਸਕਦਾ ਇਦਾਂ ਦਾ? ਹਾਂ, ਕਰ ਸਕਦੇ, ਡੈਫੀਨਿਟਲੀ ਕਰ ਸਕਦੇ, ਉਹਨਾਂ ਦੇ ਅਧਿਕਾਰ ਖੇਤਰ ਦੇ ਅੰਦਰ ਆ, ਇਹ ਉਹਨਾਂ 'ਤੇ ਆ ਕਿ ਉਹਨਾਂ ਕੀ ਡਿਸੀਜਨ ਲੈਣਾ। ਕਿਉਂਕਿ ਲਾ ਸਕਦੇ ਜੀ, ਗੱਲ ਇੱਦਾਂ ਆ, ਜੇ ਤੇ ਡਿਸਕੁਆਲੀਫਿਕੇਸ਼ਨ ਦੀ ਗੱਲ ਕਰੀਏ, ਅੱਜ ਤੋਂ 1 ਸਾਲ ਪਹਿਲਾਂ ਤੱਕ ਇਹ ਸੀਗਾ ਕਿ ਉਹ 6 ਸਾਲ ਲਈ ਡੀਬਾਰ ਹੋ ਸਕਦੇ ਸੀਗੇ, 6 ਸਾਲ ਤੱਕ ਉਹਨਾਂ ਦੇ ਬੈਨ ਲੱਗ ਸਕਦਾ ਸੀਗਾ। ਪਰ ਹੁਣ ਇਸੇ ਸਾਲ ਜਨਵਰੀ 'ਚ ਇੱਕ ਸੁਪਰੀਮ ਕੋਰਟ ਦੀ ਜਜਮੈਂਟ ਆ, ਮੈਂ ਇਹਦੇ 'ਚ ਕੋਈ ਲੁਕੋ ਨਹੀਂ ਕਿ ਉਹ ਇਲੈਕਸ਼ਨ ਲੜ ਸਕਦੇ ਆ। ਬਾਈ ਇਲੈਕਸ਼ਨ ਹੁੰਦੀ ਤਾਂ ਬਾਈ ਇਲੈਕਸ਼ਨ ਵੀ ਲੜ ਸਕਦੇ ਸੀਗੇ, ਪਰ ਇਸ ਸਾਲ ਤੋਂ। ਪਰ ਇਹਨਾਂ ਦੀ ਡਿਸਕੁਆਲੀਫਿਕੇਸ਼ਨ ਤੇ ਬਣਦੀ 2019 ਦੀ। ਸੋ ਡਿਸਕੁਆਲੀਫਿਕੇਸ਼ਨ ਦਾ ਮੇਨ ਪਰਪਸ ਉਹ ਦੱਸਣਾ, ਲੋਕਾਂ ਨੂੰ ਦੱਸਣਾ ਤਾਂ ਜ਼ਰੂਰੀ ਹੈ ਕਿ ਪੰਜਾਬ ਦਾ ਖਜ਼ਾਨਾ ਖਾਲੀ ਅਸੀਂ ਕਦੋਂ ਦਾ ਸੁਣ ਰਹੇ ਹਾਂ, ਤਾਂ ਖਾਲੀ ਖਜ਼ਾਨੇ 'ਚੋਂ ਵੀ ਇਹ ਲੁੱਟੀ ਜਾਂਦੇ ਆ, ਤੇ ਲੁੱਟੀ ਜਾਂਦੇ ਆ ਨਾਲੇ ਤਨਖਾਹ ਉਸ ਚੀਜ਼ ਦੀ ਲਈ ਕਿ ਮਤਲਬ ਇਹੀ ਜਸਟੀਫਾਈ ਕਰ ਦੇਣ ਕਿ ਤਨਖਾਹ ਕਿਸ ਚੀਜ਼ ਦੀ ਲਈ। ਲੀਗੈਲਿਟੀ ਛੱਡ ਦਿਓ, ਇਹ ਵੀ ਛੱਡ ਦਿਓ, ਸਾਰੇ ਡਾਕੂਮੈਂਟ ਛੱਡ ਦਿਓ। ਮੋਰਲੀ ਸਹੀ ਕੀਤਾ, 4.5 ਸਾਲ ਐਬਸੈਂਟ ਰਹੇ ਹਲਕੇ 'ਚੋਂ, ਜੋ ਇਹਨਾਂ ਦੇ ਮਨ 'ਚ ਆਇਆ ਇਹਨਾਂ ਨੇ ਕੀਤਾ। ਨਵੀਂ ਪਾਰਟੀ ਬਣਾ ਲਈ ਇਹਨਾਂ ਨੇ, ਔਨ ਐਨ ਐਵਰੇਜ 4 ਪਾਰਟੀਆਂ ਜਿਹੜੀਆਂ ਆ ਬਦਲੀਆਂ ਆ, ਮਤਲਬ 4 ਸਾਲ ਹੋਏ, 5ਵਾਂ ਜੇ ਕੰਪਲੀਟ ਹੋਣਾ ਅਜੇ। ਮੇਬੀ ਇਹ ਤੋਂ ਜਾਣ ਤੋਂ ਪਹਿਲਾਂ ਮੈਨੂੰ ਨਹੀਂ ਪਤਾ, ਕੀ ਪਤਾ ਇੱਕ ਹੋਰ ਬਦਲ ਜਾਣ, ਕਿ ਹਰ ਸਾਲ ਇੱਕ ਪਾਰਟੀ ਜ਼ਰੂਰ ਇਹਨਾਂ ਨੇ ਬਦਲੀ। ਇਹ ਵੀ ਆਪਣੇ ਆਪ 'ਚ ਇੱਕ ਰਿਕਾਰਡ ਆ। ਠੀਕ ਹੈ, ਧੰਨਵਾਦ ਗੱਲਬਾਤ ਕਰਨ ਦੇ ਲਈ। ਸੋ ਇਹ ਐਡਵੋਕੇਟ ਹੈਗੇ ਨੇ ਹਰਸਿਮਰਨ ਸਿੰਘ, ਇਹਨਾਂ ਦੇ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀਗੀ। 2 ਸਵਾਲ ਇਹਨਾਂ ਦੇ ਵੱਲੋਂ ਮੁੱਦੇ ਉਠਾਏ ਗਏ ਨੇ, ਵੱਡੇ ਇਲਜ਼ਾਮ ਨੇ ਸੁਖਪਾਲ ਸਿੰਘ ਖਹਿਰਾ ਹੋਣਾ ਤੇ, ਕਿ ਇੱਕ ਤਾਂ ਐਫੀਡੇਵਿਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਵੱਲੋਂ ਜਾਣਕਾਰੀ ਗਲਤ ਦਿੱਤੀ ਗਈ, ਕੁਆਲੀਫਿਕੇਸ਼ਨ ਆਪਣੀ ਗਲਤ ਦੱਸੀ ਗਈ। ਦੂਜੀ ਗੱਲ, ਇਹਨਾਂ ਦੇ ਵੱਲੋਂ ਜਿਹੜਾ ਉਹ ਅਸਤੀਫੇ ਨੂੰ ਲੈ ਕੇ ਜਿਹੜੇ ਨੇ ਸਵਾਲ ਉਠਾਏ ਗਏ ਨੇ ਕਿ ਡਿਸਕੁਆਲੀਫਾਈ ਜਿਹੜੇ ਸੁਖਪਾਲ ਸਿੰਘ ਖਹਿਰਾ ਹੋ ਸਕਦੇ ਨੇ, ਉਹਦੇ 'ਤੇ ਵੀ ਜਿਹੜੀ ਹੈ ਪਟੀਸ਼ਨ ਇਹਨਾਂ ਦੇ ਵੱਲੋਂ ਜਿਹੜੀ ਇੱਕ ਵਿਧਾਨ ਸਭਾ ਸਪੀਕਰ ਦੇ ਕੋਲ ਜਿਹੜੀ ਪਈ ਹੋਈ ਹੈ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਵੇਗਾ ਕਿ ਸੁਖਪਾਲ ਸਿੰਘ ਖਹਿਰਾ ਹੋਣਾ ਦੇ ਉੱਪਰ ਕੀ ਕਾਰਵਾਈ ਹੁੰਦੀ ਹੈ, ਇਲੈਕਸ਼ਨ ਕਮਿਸ਼ਨ ਕੀ ਕਾਰਵਾਈ ਕਰਦਾ ਜੋ ਐਫੀਡੇਵਿਟ ਇਹਨਾਂ ਦੇ ਵੱਲੋਂ ਗਲਤ ਦਿੱਤਾ ਗਿਆ ਸੀਗਾ। ਕੈਮਰਾਮੈਨ ਰਵਿੰਦਰ ਕੁਮਾਰ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।